ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਹਾਂ ਸੁਰਭੀ ਸ਼ਰਮਾ। ਖਬਰਾਂ ਦੇ ਇਸ ਬੁਲੇਟਿਨ 'ਚ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਸਕਰੀਨ ਤੇ ਦਿੱਤੇ ਗਏ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰੋ। ਪੇਸ਼ ਨੇ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਕੈਲੀਫੋਰਨੀਆ ਦੇ ਮਡੇਰਾ ਸ਼ਹਿਰ 'ਚ ਲੱਗਿਆ ਪਹਿਲਾ ਪੰਜਾਬੀ ਕਿਸਾਨ ਮੇਲਾ। ਬੰਦੀ ਸਿੰਘਾਂ ਦੀ ਰਿਹਾਈ ਦਾ ਸੇਕ UK ਤੱਕ ਪਹੁੰਚਿਆ। ਲੰਡਨ ਭਾਰਤੀ ਐਮਬੈਸੀ ਦੇ ਬਾਹਰ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ। ਬਨਿਹਾਲ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੇ ਲੱਗੀ ਬ੍ਰੇਕ। ਕਾਂਗਰਸ ਬੋਲੇ ਨਹੀਂ ਮਿਲ ਰਹੀ ਸੁਰੱਖਿਆ। ਦਿਲ ਦਹਿਲਾਉਣ ਵਾਲੀ ਖਬਰ, ਭਾਜਪਾ ਨੇਤਾ ਨੇ ਪਤਨੀ ਤੇ ਪੁੱਤਾਂ ਸਮੇਤ ਖਾਧਾ ਜ਼ਹਿਰ, ਚਾਰਾਂ ਦੀ ਹੋਈ ਮੌਤ। ਬ੍ਰਿਟੇਨ ਦੇ ਵਿੱਚ ਅਦਾਕਾਰ ਪ੍ਰਨੀਤੀ ਚੋਪੜਾ, ਗੋਲਕੀਪਰ ਅਦਿਤੀ ਚੌਹਾਨ ਅਤੇ ਆਪ ਦੇ ਰਾਘਵ ਚੱਡਾ ਨੂੰ ਮਿਲਿਆ ਅਵਾਰਡ। 2024 ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਹੁਣੇ ਤੋਂ ਤਿਆਰੀਆਂ ਹੋਈਆਂ ਸ਼ੁਰੂ। ਸੀਐਮ ਮਾਨ ਦਾ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗੀ ਸਰਕਾਰ ਤੁਹਾਡੇ ਦੁਆਰ ਯੋਜਨਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਮਡੇਰਾ ਵਿਖੇ ਕਿਸਾਨਾਂ ਨੇ ਮੇਲਾ ਲਗਾਇਆ, ਜਿਸ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਕਿਸਾਨਾਂ ਨੇ ਹਿੱਸਾ ਲਿਆ। ਇਸ ਮੇਲੇ ਦੌਰਾਨ ਜਿੱਥੇ ਵੱਖੋ ਵੱਖਰੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ, ਖੇਤੀ ਖੋਜ ਨਾਲ ਸੰਬੰਧਿਤ ਪੰਜਾਬੀਆਂ ਸਕਾਲਰਾਂ ਤੋਂ ਇਲਾਵਾ ਸਿਟੀ ਮੇਅਰ ਸਾਂਟੋ ਗਰਸੀਆ ਨੇ ਵੀ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤੱਕ ਦੇ ਕਿਸਾਨਾਂ ਨੇ ਹਿੱਸਾ ਲਿਆ। ਕੈਲੀਫੋਰਨੀਆ ਦੀ ਮਡੇਰਾ ਆਧਾਰਿਤ ਪੰਜਾਬੀ ਅਮਰੀਕਨ ਗਰੋਅਰਜ਼ ਗਰੁੱਪ ਟੀਮ ਦੇ ਸਰਗਰਮ ਮੈਂਬਰਾਂ ਅਮਰੀਕ ਸਿੰਘ ਪਲਾਹੀ, ਜਸਵੀਰ ਸਿੰਘ ਸੰਧੂ, ਅਰਸ਼ਦੀਪ ਸੰਧੂ ਦੀ ਅਗਵਾਈ 'ਚ ਕਰਵਾਏ ਗਏ ਇਸ ਮੇਲੇ 'ਚ ਖੇਤੀ ਆਧਾਰਿਤ ਮਸਲਿਆਂ ਬਾਰੇ ਚਰਚਾ ਵੀ ਹੋਈ ਅਤੇ ਕਿਸਾਨਾਂ ਉੱਤੇ ਸਰਕਾਰੀ ਅਧਿਕਾਰੀਆਂ ਵੱਲੋਂ ਪਾਏ ਜਾ ਰਹੇ ਟੈਕਸ ਬੋਝ, ਜੁਰਮਾਨਿਆਂ ਆਦਿ ਬਾਰੇ ਚਰਚਾ ਹੋਈ। ਗੁਰਦੁਆਰਾ ਮਡੇਰਾ ਸਾਹਿਬ ਦੇ ਕੰਪਲੈਕਸ 'ਚ ਲਗਾਏ ਗਏ ਮੇਲੇ 'ਚ ਕਿਸਾਨ ਵੀਰਾਂ ਕੱਤ ਕੇ ਪੁੱਜੇ ਅਤੇ ਉਹਨਾਂ ਵੱਲੋਂ ਪੂਰਾ ਉਤਸ਼ਾਹ ਨਾਲ ਹਿੱਸਾ ਲਿਆ ਗਿਆ। UK 'ਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਨੇ ਗਣਤੰਤਰ ਦਿਵਸ ਦੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕੈਨੇਡਾ, ਜਰਮਨੀ, ਇਟਲੀ, ਅਮਰੀਕਾ ਅਤੇ ਭਾਰਤੀ ਐਮਬੈਸੀਆਂ ਦੇ ਬਾਹਰ ਸਿੱਖਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਲੰਡਨ ਦੇ ਮੁੱਖ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਭਾਰਤ ਦੀਆਂ ਜੇਲ੍ਹਾਂ 'ਚ ਲੰਬੇ ਸਮੇਂ ਤੋਂ ਸਜ਼ਾ ਭੁਗਤ ਰਹੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ UK ਭਾਰਤ ਤੋਂ ਪੰਥਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਸ਼ੁੱਕਰਵਾਰ ਨੂੰ ਸਵੇਰੇ ਜੰਮੂ ਕਸ਼ਮੀਰ ਦੇ ਬਨਿਹਾਲ ਤੋਂ ਅੱਗੇ ਘਾਟੀ ਵੱਲ ਵਧਣੀ ਸੀ, ਪਰ ਇਸ ਨੂੰ ਇੱਥੇ ਹੀ ਰੋਕ ਦਿੱਤਾ ਗਿਆ। ਕਾਂਗਰਸ ਦਾ ਦੋਸ਼ ਹੈ ਕਿ ਯਾਤਰਾ 'ਚ ਸੁਰੱਖਿਆ ਨਹੀਂ ਮਿਲ ਰਹੀ, ਇਸ ਕਾਰਨ ਇਸ ਨੂੰ ਰੋਕਣਾ ਪਿਆ। ਕਾਂਗਰਸ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਸੁਰੱਖਿਆ ਨਹੀਂ ਮਿਲਦੀ, ਯਾਤਰਾ ਦਾ ਅੱਗੇ ਵਧਣਾ ਖਤਰੇ ਤੋਂ ਖਾਲੀ ਨਹੀਂ ਹੈ। ਕਾਂਗਰਸ ਜਨਰਲ ਸਕੱਤਰ KC ਵੈਨੂਗੋਪਾਲ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਸੁਰੱਖਿਆ 'ਚ ਅਣਗਹਿਲੀ ਹੋਈ ਹੈ, ਸਾਨੂੰ ਸੁਰੱਖਿਆ ਨਹੀਂ ਮਿਲ ਰਹੀ। KC ਵੈਨੂਗੋਪਾਲ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨੂੰ ਖਤਰੇ 'ਚ ਨਹੀਂ ਪਾ ਸਕਦੇ, ਇਸ ਲਈ ਅਸੀਂ ਉਹਨਾਂ ਨੂੰ ਇੱਥੇ ਹੀ ਰੋਕ ਦਿੱਤਾ। ਉਹਨਾਂ ਨੇ ਦੱਸਿਆ ਕਿ ਰਾਹੁਲ ਤਾਂ ਅੱਗੇ ਜਾਣਾ ਚਾਹੁੰਦੇ ਨੇ, ਪਰ ਅਸੀਂ ਉਹਨਾਂ ਨੂੰ ਨਹੀਂ ਜਾਣ ਦੇਵਾਂਗੇ ਕਿਉਂਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਵੱਡੀ ਗਿਣਤੀ 'ਚ ਤਿਰੰਗਾ ਫੜੀ ਕਾਂਗਰਸ ਵਰਕਰ ਨੇਤਾ ਰਾਹੁਲ ਦੇ ਨਾਲ ਪੈਦਲ ਯਾਤਰਾ ਕਰਦੇ ਨਜ਼ਰ ਆ ਰਹੇ ਸਨ। ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਹੈੱਡਕੁਆਰਟਰ 'ਚ ਭਾਜਪਾ ਦੇ ਇੱਕ ਨੇਤਾ ਨੇ ਪਤਨੀ ਅਤੇ 2 ਬੱਚਿਆਂ ਸਮੇਤ ਜ਼ਹਿਰੀਲੇ ਪਦਾਰਥ ਦਾ ਸੇਵਨ ਕਰਕੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੇ ਦੋਵਾਂ ਪੁੱਤਾਂ ਦੀ ਬਿਮਾਰੀ ਨੂੰ ਲੈ ਕੇ ਪਰੇਸ਼ਾਨ ਸਨ। ਖੁਦਕੁਸ਼ੀ ਤੋਂ ਪਹਿਲਾਂ ਉਹਨਾਂ ਨੇ ਫੇਸਬੁੱਕ ਤੇ ਪੋਸਟ ਵੀ ਪਾਈ ਸੀ। ਪੁਲਿਸ ਸੂਤਰਾਂ ਅਨੁਸਾਰ ਵੀਰਵਾਰ ਸ਼ਾਮ ਭਾਜਪਾ ਨੇਤਾ ਸੰਜੀਵ ਮਿਸ਼ਰਾ ਆਪਣੇ ਘਰ ਦੇ ਪਰਿਵਾਰ ਨਾਲ ਸਨ। ਫੇਸਬੁੱਕ ਤੇ ਪੋਸਟ ਪਾਉਣ ਤੋਂ ਬਾਅਦ ਉਹਨਾਂ ਨੇ ਪਰਿਵਾਰ ਸਮੇਤ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ। ਗੰਭੀਰ ਹਾਲਤ 'ਚ ਦੋਵੇਂ ਬੱਚਿਆਂ ਤੇ ਪਤੀ ਪਤਨੀ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹਿਲੇ ਦੋਹਾਂ ਪੁੱਤਾਂ ਅਤੇ ਬਾਅਦ ਦੇ ਵਿੱਚ ਸੰਜੀਵ ਮਿਸ਼ਰਾ ਫਿਰ ਉਹਨਾਂ ਦੀ ਪਤਨੀ ਨੇ ਦਮ ਤੋੜ ਦਿੱਤਾ। ਸੰਜੀਵ ਮਿਸ਼ਰਾ ਭਾਜਪਾ ਦੇ ਦੁਰਗਾਨਗਰ ਦੇ ਮੰਡਲ ਉਪ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਨ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਭਾਜਪਾ ਨੇਤਾ ਨੇ ਇਹ ਫੈਸਲਾ ਲਿਆ ਅਤੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ। ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ, ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਡਾ,
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਆਧਾਰ ਪੂਨਾਵਾਲਾ ਤੇ ਭਾਰਤ ਮਹਿਲਾ ਫੁੱਟਬਾਲ ਟੀਮ ਦੀ ਗੋਲਕੀਪਰ ਅਦਿਤੀ ਚੌਹਾਨ ਨੂੰ ਲੰਡਨ ਵਿੱਚ ਸ਼ਾਨਦਾਰ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੰਡੀਆ ਯੂਕੇ ਆਊਟਸਟੈਂਡਿੰਗ ਅਵਾਰਡਸ ਇੱਕ ਸਮਾਰੋਹ ਵਿੱਚ ਪੇਸ਼ ਕੀਤੇ ਗਏ। ਇਹ ਅਵਾਰਡ ਜਿਹੜੇ ਨੇ ਬ੍ਰਿਟਿਸ਼ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਨਾਲ ਸਾਂਝੇਦਾਰੀ ਵਿੱਚ ਨੈਸ਼ਨਲ ਇੰਡੀਅਨ ਸਟੂਡੈਂਟਸ ਆਫ ਐਲੂਮਨੀ ਯੂਨੀਅਨ ਯੂਕੇ ਵੱਲੋਂ ਦਿੱਤਾ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਚਲਦੇ ਲਗਾਤਾਰ ਵਰਕਰਾਂ ਨਾਲ ਬੈਠਕਾਂ ਦਾ ਦੌਰ ਵੀ ਜਾਰੀ ਹੋ ਗਿਆ ਹੈ। ਪੰਜਾਬ ਦੇ 3 ਲੋਕ ਸਭਾ ਹਲਕਿਆਂ ਦੇ ਇੰਚਾਰਜ ਕੇਂਦਰੀ ਮੰਤਰੀ ਰਗਜਿੰਦਰ ਸਿੰਘ ਸ਼ੇਖਾਵਤ ਵੱਲੋਂ ਬਠਿੰਡਾ ਪਹੁੰਚ ਕੇ ਸੂਬੇ ਦੇ ਅਹੁਦੇਦਾਰਾਂ ਅਤੇ ਭਾਜਪਾ ਵਰਕਰਾਂ ਨਾਲ ਬੈਠਕ ਕੀਤੀ ਜਾ ਰਹੀ ਹੈ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਰੱਜਵਾਂ ਪਿਆਰ ਦਿੱਤਾ, ਪਰੰਤੂ ਭਗਵੰਤ ਮਾਨ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਹੁਣ ਲੋਕਾਂ ਵਿੱਚ ਵੱਡਾ ਰੋਹ ਪੈਦਾ ਹੋ ਗਿਆ ਹੈ। 2024 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਆਰੰਭੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਹਰ ਸ਼ਹਿਰ ਤੇ ਹਰ ਪਿੰਡ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਲਗਾਤਾਰ ਬੈਠਕਾਂ ਦਾ ਦੌਰ ਵੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਵਿਖੇ ਪੰਜਾਬ 'ਚ ਖੁੱਲਣ ਵਾਲੇ 400 ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਾ ਇੱਥੇ ਸ਼ਕਤੀ ਪ੍ਰਦਰਸ਼ਨ ਕਰਨ ਆਏ ਹਨ ਤੇ ਨਾ ਹੀ ਰਾਜਨੀਤਿਕ ਰੈਲੀ ਕਰਨ ਆਏ ਹਨ। ਸਰਕਾਰ ਬਣਨ ਤੋਂ ਪਹਿਲਾਂ ਆਪ ਨੇ ਪ੍ਰਚਾਰ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਇਲਾਜ ਕਰਵਾਉਣ ਲਈ ਸ਼ਾਨਦਾਰ ਹਸਪਤਾਲ ਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਦੇ ਇੱਕ ਹਿੱਸੇ ਦੀ ਸ਼ੁਰੂਆਤ ਹੋ ਗਈ ਹੈ। ਇਸ ਤੋਂ ਪਹਿਲਾਂ 100 ਮੁਹੱਲਾ ਕਲੀਨਿਕ 15 ਅਗਸਤ ਨੂੰ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ ਤੇ ਹੁਣ 400 ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਸਰਕਾਰ ਤੁਹਾਡੇ ਦੁਆਰ ਦੇ ਨਾਲ ਇੱਕ ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਿੰਡ 'ਚ ਹੀ ਕਰ ਦਿੱਤਾ ਜਾਵੇਗਾ। ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੋ ਵੱਲੋਂ ਅੱਜ ਸ਼ਹਿਣਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਪਿੰਡ ਜੋੜਾ ਦੀ ਪੰਚਾਇਤ, ਪਿੰਡ ਵਾਸੀ ਅਤੇ ਔਰਤਾਂ ਸਮੇਤ ਇਸ ਦਾ ਵਿਰੋਧ ਕੀਤਾ। ਉੱਤੇ ਸਰਕਾਰੀ ਹਸਪਤਾਲ ਦੇ ਬਾਹਰ ਗੇਟ ਮੂਹਰੇ ਧਰਨਾ ਲਾ ਕੇ ਰੋਸ ਕਰਦੇ ਲੋਕਾਂ ਨੇ ਕਿਹਾ ਕਿ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਵਿਰੋਧ ਨਹੀਂ ਕਰ ਰਹੇ, ਪਰ ਛੋਟੇ ਹਸਪਤਾਲ ਰਾਹੀਂ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਵਿਧਾਇਕ ਲਾਭ ਸਿੰਘ ਉਗੋਕੇ ਅਤੇ ਆਪ ਪਾਰਟੀ ਵਰਕਰਾਂ ਅਤੇ ਲੋਕਾਂ ਵਿੱਚ ਤੂੰ ਮੈਂ ਨਜ਼ਰ ਆਈ। ਅੱਜ ਜਿਹੜਾ ਮੁਹੱਲਾ ਕਲੀਨਿਕ ਬਣ ਰਿਹਾ, ਅਸੀਂ ਤਾਂ ਡਟ ਕੇ ਵਿਰੋਧ ਕਰ ਰਹੇ ਹਾਂ, ਕਿਉਂਕਿ 22,000 ਦੀ ਆਬਾਦੀ ਵਾਲਾ ਇਹ ਕਸਬਾ ਗਾ। ਇਹਦੇ ਵਿੱਚ ਸਾਨੂੰ ਮੁਹੱਲਾ ਕਲੀਨਿਕ ਦੀ ਲੋੜ ਨਹੀਂ ਹੈਗੀ। ਅਸੀਂ ਇਹ ਗੱਲਾਂ ਪਹਿਲਾਂ ਵੀ ਮੀਡੀਆ ਰਾਹੀਂ ਦੱਸ ਚੁੱਕੇ ਹਾਂਗੇ ਵੀ ਸਾਡੇ ਇੱਥੇ ਕਸਬੇ ਸ਼ਹਿਣੇ ਵਿੱਚ ਕੋਈ ਵੱਡਾ ਹਸਪੀਟਲ 25 ਬਿਸਤਰਿਆਂ ਦਾ ਬਣਾਇਆ ਜਾਵੇ। ਸਾਡੇ ਜਿਹੜੇ ਲੋਕ ਆ, ਗਰੀਬ ਲੋਕ ਜ਼ਿਆਦਾ ਹੋਣ ਕਰਕੇ ਸਿਹਤ ਸਹੂਲਤਾਂ, ਸਿੱਖਿਆ ਦੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣ, ਪਰ ਸਾਡੇ ਲੋਕਾਂ ਨੂੰ ਸਰਕਾਰ ਵੱਲੋਂ ਇਗਨੋਰ ਕੀਤਾ ਜਾ ਰਿਹਾ ਹੈ, ਜਿਹਦਾ ਅਸੀਂ ਡਟ ਕੇ ਅੱਜ ਵਿਰੋਧ ਕਰ ਰਹੇ ਹਾਂ। ਮੁਹੱਲਾ ਕਲੀਨਿਕ ਦਾ ਕੌਣ ਉਦਘਾਟਨ ਲਈ ਆ ਰਿਹਾ ਹੈਗਾ? ਉਦਘਾਟਨ ਲਈ ਸਾਨੂੰ ਨਹੀਂ ਪਤਾ ਕੌਣ ਆ ਰਿਹਾ। ਤੜਕੇ ਦਾ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਪੂਰਾ ਪੱਬਾਂ ਤੇ ਹੋਇਆ ਖੜਾ। ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਕਿ ਗੁੰਡਾਗਰਦੀ ਦੇ ਤੌਰ ਤੇ ਲੋਕਾਂ ਨੂੰ ਧਮਕਾ ਕੇ ਡੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਵਿੰਦਰ ਸਿੰਘ ਢਾਲੀਵਾਲ, ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਰਨਾਲਾ ਜੀ। ਦੇਖੋ, ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹਣ ਦਾ ਫੈਸਲਾ ਲਿਆ। ਪੰਜਾਬ 'ਚ ਵੱਖ-ਵੱਖ ਪਿੰਡਾਂ 'ਚ ਜੀ ਆਇਆਂ ਕਹਿੰਦੇ ਆ, ਧੰਨਵਾਦ ਕਰਦੇ ਆ ਵੀ ਤੁਸੀਂ ਮਾਈਲਸਟੋਨ ਫੈਸਲਾ ਕੀਤਾ ਹੈ ਮੁਹੱਲਾ ਕਲੀਨਿਕ ਖੋਲ੍ਹਣ ਦਾ। ਪਰ ਮੁਹੱਲਾ ਕਲੀਨਿਕ ਜਿਹੜੇ ਸਾਡੇ ਮਿਨੀ PHC ਨੇ, ਪ੍ਰਾਇਮਰੀ ਹੈਲਥ ਸੈਂਟਰ, ਉਹਨਾਂ ਨੂੰ ਰੰਗ ਕਰਕੇ ਜਾਂ ਉੱਥੇ ਫੁੱਲ ਲਟਕਾ ਕੇ ਮੁਹੱਲਾ ਕਲੀਨਿਕ ਬਣ ਜੂ। ਸੋ ਬੇਨਤੀ ਆ ਪੰਜਾਬ ਸਰਕਾਰ ਨੂੰ ਜੀ, ਪਹਿਲਾਂ ਤੋਂ ਜਿਹੜੀਆਂ ਸਾਡੇ ਸਿਹਤ ਸਹੂਲਤਾਂ ਚੱਲ ਰਹੀਆਂ, ਦੇਖੋ ਮੇਰਾ 30,000 ਦੀ ਆਬਾਦੀ ਵਾਲਾ ਪਿੰਡ ਆ ਸਹਿਣਾ, ਤੇ ਇੱਥੇ ਹੁਣ ਸਾਨੂੰ ਮੁਹੱਲੇ ਤੇ ਲੈ ਆਏ ਯਾਰ। ਸਾਨੂੰ ਬੱਸ ਤੋਂ ਹੁਣ ਟੈਂਪੋ ਤੇ ਲੈ ਆਏ, ਸਾਨੂੰ ਬੱਸ ਤੋਂ ਟ੍ਰੇਨ 'ਚ ਬਿਠਾਓ, ਟ੍ਰੇਨ 'ਚ ਜਹਾਜ਼ 'ਚ ਬਿਠਾਉਣ ਦੀ ਕੋਸ਼ਿਸ਼ ਕੀਤੇ। ਸਰਕਾਰ ਨੂੰ ਧੰਨਵਾਦ ਕਹਾਂਗੇ। ਸੋ ਅੱਜ ਪੰਚਾਇਤ ਬੰਨਿਓ, ਸਮੁੱਚੇ ਨਗਰ ਬੰਨਿਓ ਬੇਨਤੀ ਆ ਵੀ ਮੁਹੱਲਾ ਕਲੀਨਿਕ ਸਹਿਣੇ ਖੋਲ੍ਹੋ। ਜੀ ਆਇਆਂ ਨੂੰ ਤੁਹਾਨੂੰ, ਪਰ ਨਵੀਂ ਜਗ੍ਹਾ ਤੇ ਖੋਲ੍ਹੋ। ਸਾਡਾ ਪ੍ਰਾਇਮਰੀ ਹੈਲਥ ਸੈਂਟਰ 'ਚੋਂ ਰੰਗ ਰੋਗਨ ਕਰਕੇ ਉਸ ਨੂੰ ਬੰਦ ਕਰਕੇ ਮੁਹੱਲਾ ਕਲੀਨਿਕ ਨਾ ਖੋਲ੍ਹਿਆ ਜਾਵੇ। ਜੇ ਸਰਕਾਰ ਦਿਹਾਈ ਦਿੰਦੀ ਆ ਵੀ ਪਿਛਲੀਆਂ ਸਰਕਾਰਾਂ ਨੇ ਸਾਡਾ ਖਜ਼ਾਨਾ ਖਾਲੀ ਕਰਤਾ, ਤਾਂ ਪੰਚਾਇਤ ਤੋਂ ਫ੍ਰੀ ਦੀ ਜ਼ਮੀਨ ਲੈ ਕੇ ਦੇਵਾਂਗੇ। ਜੇ ਬਿਲਡਿੰਗ ਬਣਾਉਣ ਦਾ ਪੈਸਾ ਨਹੀਂ, ਬਣੀ ਬਣਾਈ ਬਿਲਡਿੰਗ ਦੇਵਾਂਗੇ। ਪਰ ਉੱਥੇ ਆਪਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਮੈਡੀਕਲ ਸਟੋਰ ਵਾਲਿਆਂ ਨੂੰ ਉੱਥੇ ਖੋਲ੍ਹਦੇ ਨਹੀਂ।
ਵੀ ਨਾਲ ਉੱਥੇ ਕੋਈ ਮੈਡੀਕਲ ਸਟੋਰ ਆ ਗਿਆ ਤਾਂ ਉਹਦਾ ਨੁਕਸਾਨ ਹੋ ਜਾਊਗਾ। ਸੋ ਅੱਜ ਪੈਸਾ ਵੱਡਾ ਬੋਲ ਰਿਹਾ ਇਸ ਸਰਕਾਰ 'ਚ। ਦੇਖੋ 1 ਸਾਲ ਹੋ ਗਿਆ ਸਰਕਾਰ ਚੁਣੀ ਨੂੰ, ਇਹ ਸਰਕਾਰ ਦੇ ਖਿਲਾਫ ਸਾਡਾ ਪਹਿਲਾ ਰੋਸ ਪ੍ਰਦਰਸ਼ਨ। ਸਾਲ ਮੌਕਾ ਦਿੱਤਾ, ਸਾਲ 'ਚ ਦੱਸੋ ਸਿਹਤ ਸਹੂਲਤਾਂ ਦਾ ਸਾਡਾ ਹਾਲ ਕੀ ਆ? ਸਿੱਖਿਆ ITI ਪਾਸ ਆ, ਸਰਕਾਰ ਲਵੇ ਜਗ੍ਹਾ, ਪੰਚਾਇਤ ਨੂੰ ਵੀ ਵਾਖੇ ਕਰਕੇ ਜਿੱਥੇ ਮਰਜ਼ੀ ਬਣਾ ਦੇ। ਪੰਚਾਇਤ ਨੇ ਜਗ੍ਹਾ ਦੇਤੀ, ਉਹਨਾਂ ਦੇ ਨਾਂ ਕਰਾਤੀ। ਵਿਰੋਧ ਕਦੋਂ ਤੱਕ ਚੱਲੇਗਾ? ਵਿਰੋਧ ਤਾਂ ਹੁਣ ਦੇਖੋ 7 ਮਈ ਸਾਡਾ ਵਿਰੋਧ ਹੈ, ਜਦੋਂ ਤੱਕ ਸਾਨੂੰ ਇੱਥੋਂ ਚੱਕ ਕੇ ਲੈ ਜਾਣਗੇ। ਸਰਕਾਰ ਦੀ ਪਾਵਰ ਵੱਡੀ ਆ। ਸੋ ਤੁਹਾਡੇ ਰਾਹੀਂ ਬੇਨਤੀ ਕਰਦਾ, ਦੇਖੋ ਇੱਥੇ ਆਏ ਸੀ ਬੀਬੀਆਂ ਨਾਲ ਨੇ, ਇੱਥੇ ਅਸੀਂ ਉਹ ਕਰਨ ਪ੍ਰਦਰਸ਼ਨ ਕਰਨ, ਸ਼ਾਂਤਮਈ ਪ੍ਰਦਰਸ਼ਨ ਆ। ਪੁਲਿਸ ਦੇ ਸਾਹਮਣੇ ਉਹਨਾਂ ਨੇ ਧੱਕਾ ਮੁੱਕੀ ਹੋਣ ਦੀ ਕੋਸ਼ਿਸ਼ ਕੀਤੀ ਗਈ ਆਮ ਆਦਮੀ ਦੇ ਵਰਕਰਾਂ ਵੱਲੋਂ। ਸੋ ਉਹ ਸਾਡੇ ਆਪ ਦੇ ਨੇ, ਮੇਰੇ ਪਿੰਡ ਦੇ ਨੇ, ਸਰਪੰਚ ਮਾਂ ਹੁੰਦਾ ਪਿੰਡ ਦੀ, ਮੇਰੇ ਆਪ ਦੇ ਨੇ, ਕੋਈ ਗੱਲ ਨਹੀਂ। ਪਰ ਉਹ ਸਮਝਣ, ਜਦੋਂ ਕਾਂਗਰਸ ਦੀ ਸਰਕਾਰ ਸੀ, ਜੇ ਅਸੀਂ ਜਿੰਦਾਬਾਦ ਮੁਰਦਾਬਾਦ ਕਹਿ ਦਿੰਦੇ ਸੀ, ਅਸੀਂ ਤਾਂ ਉਹਨਾਂ ਨੂੰ ਬੜੇ ਗੁਲਾਬ ਜਾਮਣਾ ਵਰਗੇ ਲੱਗਦੇ ਸੀ। ਅੱਜ ਤੁਹਾਡੀ ਸਰਕਾਰ ਆ ਗਈ, ਜੇ ਅਸੀਂ ਬੋਲ ਰਹੇ ਹਾਂ ਅੱਜ ਤੁਹਾਨੂੰ ਜ਼ਹਿਰ ਲੱਗਦੇ ਹਾਂ ਅਸੀਂ ਯਾਰ। ਪੰਜਾਬ ਦੇ ਵਿੱਚ ਲਗਾਤਾਰ ਬੇਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਮੁੜ ਪੰਜਾਬ ਦੇ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ 'ਚ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਚੋਰ ਜੁੱਤੀ ਪਾ ਕੇ ਗੁਰਦੁਆਰੇ ਦੇ ਵਿੱਚ ਦਾਖਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖੀ ਕਿਰਪਾਨ ਦੇ ਨਾਲ ਗੋਲਕ ਤੋੜ ਦਿੱਤੀ। ਇੰਨਾ ਹੀ ਨਹੀਂ, ਉਹ ਆਪਣੇ ਨਾਲ ਗੋਲਕ, ਲਾਊਡ ਸਪੀਕਰ ਅਤੇ ਇਲੈਕਟ੍ਰਿਕ ਚੁੱਲ੍ਹਾ ਚੁੱਕ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਗੁਰਦੁਆਰਾ ਸਭਾ ਕਮੇਟੀ ਦੇ ਪ੍ਰਧਾਨ ਸ਼ਿਕਾਇਤ ਤੇ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਭਗਤ ਸਿੰਘ ਕੋਸ਼ਿਆਰੀ ਦੀ ਥਾਂ ਮਹਾਰਾਸ਼ਟਰ ਦਾ ਅਗਲਾ ਰਾਜਪਾਲ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਨ੍ਹਾਂ ਨੇ ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਟਿੱਪਣੀ ਕਰਕੇ ਵਿਵਾਦ ਖੜਾ ਕਰ ਦਿੱਤਾ ਸੀ, ਜਿਸ ਬਾਰੇ ਭਗਤ ਸਿੰਘ ਕੋਸ਼ਿਆਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੂਚਿਤ ਕਰ ਦਿੱਤਾ ਕਿ ਉਹ ਹੁਣ ਆਪਣਾ ਅਹੁਦਾ ਛੱਡਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਹਾਲ ਹੀ ਦੀ ਮੁੰਬਈ ਫੇਰੀ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਾਰੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਪੜ੍ਹਨ ਲਿਖਣ ਅਤੇ ਹੋਰ ਗਤੀਵਿਧੀਆਂ ਵਿੱਚ ਬਿਤਾਉਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ। ਹੁਣ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹਨਾਂ ਦੀ ਥਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਮਹਾਰਾਸ਼ਟਰ ਭੇਜਿਆ ਜਾ ਸਕਦਾ ਹੈ ਤੇ ਰਾਜਪਾਲ ਦਾ ਅਹੁਦਾ ਸੌਂਪਿਆ ਜਾ ਸਕਦਾ ਹੈ। 26 ਜਨਵਰੀ ਨੂੰ ਮਾਨਸਾ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ, ਜਿਸ 'ਚ ਪੰਜਾਬ ਦੇ ਮਾਨਸਾ ਦੀ ਇੱਕ ਸੜਕ ਦਾ ਨਾਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਾਂ ਉੱਤੇ ਰੱਖਿਆ ਗਿਆ ਹੈ। ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਦੇਸ਼ਾਂ 'ਚ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸ ਕਤਲकांड ਦੀ ਜਾਂਚ ਕਈ ਪਹਿਲੂਆਂ ਤੋਂ ਚੱਲ ਰਹੀ ਹੈ। ਜੋ ਉਹਨਾਂ ਦੀ ਪਾਰਟੀ ਦਾ ਕੋਈ ਹੋਰ ਮੈਂਬਰ ਵੀ ਮੂਸੇਵਾਲੇ ਦੀ ਸੁਰੱਖਿਆ ਨੂੰ ਲੀਕ ਕਰਨ ਲਈ ਅੱਗੇ ਆਉਂਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਲਤੀਪੁਰਾ 'ਚ ਮਕਾਨ ਢਾਹੇ ਜਾਣ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਹੁਣ ਸਥਾਨਕ ਵਿਧਾਇਕਾਂ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਫੈਸਲਾ ਕੀਤਾ ਹੈ ਕਿ 2 ਫਰਵਰੀ ਤੋਂ ਉਹ ਜਲੰਧਰ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨਗੇ ਅਤੇ ਬਾਹਰ ਧਰਨਾ ਦੇਣਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ 26 ਜਨਵਰੀ ਨੂੰ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ, ਪਰ ਪੁਲਿਸ ਨੇ ਉਹਨਾਂ ਨੂੰ ਜਾਣ ਤੋਂ ਰੋਕ ਦਿੱਤਾ। ਇੰਨਾ ਹੀ ਨਹੀਂ, ਪੁਲਿਸ ਨੇ ਔਰਤਾਂ ਤੇ ਬਜ਼ੁਰਗਾਂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਨੇ ਬੈਰੀਕਾਡ ਲਾ ਕੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਮੌਕੇ ਤੇ ਸਥਿਤੀ ਤਣਾਅਪੂਰਨ ਹੋ ਗਈ, ਜਿਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਝੜਪ ਹੋ ਗਈ। ਭਾਰਤੀ ਕਿਸਾਨ ਯੂਨੀਅਨ ਵੱਲੋਂ ਸੂਬੇ 'ਚ ਲੱਖਾਂ ਦੀ ਗਿਣਤੀ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਵੱਲੋਂ ਪਹਿਲਾਂ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਤਾਂ 27 ਜਨਵਰੀ ਨੂੰ ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਡਿਪਟੀ ਕਮਿਸ਼ਨਰਾਂ ਅਤੇ SDM ਦਫ਼ਤਰਾਂ ਦੇ ਅੱਗੇ ਛੱਡ ਦੇਣਗੇ। ਇਸ ਦੇ ਮੱਦੇਨਜ਼ਰ SDM ਦਫ਼ਤਰਾਂ ਦੇ ਬਾਹਰ ਕਿਸਾਨਾਂ ਵੱਲੋਂ ਟਰਾਲੀਆਂ 'ਚ ਬੇਸਹਾਰਾ ਪਸ਼ੂਆਂ ਨੂੰ ਭਰ ਕੇ ਲਿਆਂਦਾ ਗਿਆ ਅਤੇ ਕਿਸਾਨਾਂ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਧਰ ਹਾਲਾਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਤੇ ਕਿਸਾਨਾਂ ਵੱਲੋਂ ਟਰਾਲੀਆਂ 'ਚ ਲਿਆਂਦੇ ਇਨ੍ਹਾਂ ਪਸ਼ੂਆਂ ਨੂੰ SDM ਦੇ ਦਫ਼ਤਰ ਅਤੇ ਰਿਹਾਇਸ਼ ਵਿਖੇ ਵਾੜਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਦਫ਼ਤਰਾਂ ਦੇ ਮੁੱਖ ਗੇਟ ਅੰਦਰੋਂ ਬੰਦ ਕਰ ਲਿਆ ਗਏ। ਰੂਪ ਦੇ ਵਿੱਚ ਜਿਹੜਾ ਇਹ ਅੱਜ ਇੱਕ ਅਲਰਟ ਦਿੱਤਾ, ਜੋ ਅਵਾਰਾ ਪਸ਼ੂ ਜਿਹੜੇ ਸੀਮਿਤ ਗਿਣਤੀ 'ਚ ਲਿਆ ਕੇ ਛੱਡੇ ਆ, ਅਸੀਂ ਇਹਨਾਂ ਨੂੰ ਇਹ ਦੱਸ ਦਿੱਤਾ ਕਿ ਜੇ ਤੁਸੀਂ ਨਹੀਂ ਹੱਲ ਕਰਦੇ ਹੁਣ ਤੋਂ ਬਾਅਦ ਤਾਂ ਅਸੀਂ ਵੱਡੀ ਗਿਣਤੀ ਜਿੰਨੇ ਵੀ ਅਵਾਰਾ ਪਸ਼ੂ ਫਿਰਦੇ ਆ ਇਹ ਸਾਰਾ ਕੰਪਲੈਕਸ ਭਰ ਦਾਂਗੇ ਲਿਆ ਕੇ।
ਇਹ ਅੱਜ ਤਹਿਸੀਲਦਾਰ ਸਾਹਿਬ ਨੇ ਮੰਗ ਪੱਤਰ ਸਾਡੇ ਤੋਂ ਲੈ ਕੇ ਕਿਹਾ ਕਿ ਅੱਗੇ ਤੋਂ ਅਸੀਂ ਆਪ ਕੋਸ਼ਿਸ਼ ਕਰਕੇ ਜਿਹੜੀ ਸਰਕਾਰੀ ਗਊਸ਼ਾਲਾ ਉੱਥੇ ਡੰਗਰਾਂ ਨੂੰ ਪਹੁੰਚਾਵਾਂਗੇ। ਜੇ ਇਹ ਆਪਣੇ ਅੱਜ ਦੇ ਇਸ ਕਹਿਣ ਤੇ ਖਰੇ ਉਤਰਦੇ ਤਾਂ ਉਹ ਅੱਗੇ ਨੂੰ ਕੋਈ ਜਿਵੇਂ ਕਹਿੰਦਾ ਰੌਲਾ ਹੀ ਮੁੱਕ ਜਾਏਗਾ, ਮਸਲਾ ਹੀ ਮੁੱਕ ਜਾਏਗਾ। ਜੇ ਇਹ ਕੇਵਲ ਕਹਿਣ ਤੱਕ ਸੀਮਿਤ ਰਹਿ ਗਿਆ ਤੇ ਇਹ ਮਸਲਾ ਇਸੇ ਤਰ੍ਹਾਂ ਰਿਹਾ ਰੋਡ ਤੇ ਅਵਾਰਾ ਪਸ਼ੂ ਘੁੰਮੇ, ਕਿਸਾਨਾਂ ਦੀਆਂ ਫਸਲਾਂ ਨੁਕਸਾਨ ਕੀਤਾ, ਫਿਰ ਸਾਨੂੰ ਮਜਬੂਰ ਹੋ ਕੇ ਵੱਡਾ ਐਕਸ਼ਨ ਕਰਨਾ ਪਊਗਾ। ਅਸੀਂ ਫਿਰ ਵੱਡੀ ਗਿਣਤੀ 'ਚ ਲਿਆ ਕੇ ਇਸ ਕੰਪਲੈਕਸ ਦੇ ਅੰਦਰ ਛੱਡਾਂਗੇ। ਅਸੀਂ ਅੱਜ ਇਹ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕੋਈ ਸਮਾਂ ਵੀ ਨਿਰਧਾਰਿਤ ਕੀਤਾ ਗਿਆ? ਸਮਾਂ ਨਿਰਧਾਰਿਤ ਜਿਹੜਾ ਸਾਡੀ ਪੰਜਾਬ ਦੀ ਹਾਈ ਕਮਾਂਡ ਹੈ ਉਹ ਕਰੇਗੀ। ਉਹਨਾਂ ਵੱਲੋਂ ਇਹ ਜਿਹੜੀ ਅਗਲੀ ਐਕਸ਼ਨ ਦੀ ਤਰੀਕ ਆਵੇਗੀ ਉਸ ਤਰੀਕ ਦੇ ਤਹਿਤ ਉਹ ਵੱਡਾ ਐਕਸ਼ਨ ਕੀਤਾ ਜਾਊਗਾ। ਕੀ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ? ਪਰੇਸ਼ਾਨੀਆਂ ਦੇਖੋ, ਪਹਿਲੀ ਤਾਂ ਗੱਲ ਹੈ ਫਸਲਾਂ ਦਿਨ ਰਾਤ ਜਿਹੜੇ ਪਸ਼ੂ ਵਿਚਾਰੇ, ਦੇਖੋ ਇਹ ਪਸ਼ੂ ਇਹਨੇ ਖਾਣਾ ਹੈ, ਇਹਨੂੰ ਭੁੱਖ ਲੱਗਦੀ ਇਹਨੇ ਖਾਣਾ, ਇਹ ਸਾਡੀਆਂ ਫਸਲਾਂ ਪਲੀਆਂ ਪਲਾਈਆਂ ਨੁਕਸਾਨ ਕਰ ਰਹੀ ਹੈ। ਫਿਰ ਉੱਥੇ ਜਦੋਂ ਖੇਤ 'ਚ ਜਾਂਦੇ ਇੱਕ ਕਿਸਾਨ ਦੂਜੇ ਦੇ ਖੇਤ 'ਚ ਵੜਨ ਤੋਂ ਉਹਦੀ ਲੜਾਈਆਂ ਹੁੰਦੀਆਂ। ਇੱਕ ਤਾਂ ਇਹ ਸਮੱਸਿਆ ਸਮਾਜਿਕ ਸਮੱਸਿਆਵਾਂ ਆ ਰਹੀਆਂ, ਆਪਸ ਦੇ ਵਿੱਚ ਲੜਾਈਆਂ ਝਗੜੇ ਹੋ ਰਹੇ। ਦੂਜੀ ਸਮੱਸਿਆ ਇਹ ਆ ਗਈ ਜੋ ਤੁਸੀਂ ਵੀ ਸਾਰੇ ਪ੍ਰੈਸ ਕਵਰ ਕਰਦੀ ਹੈ ਕਿ ਕਿੰਨੇ ਹਾਦਸੇ ਹੋਣ ਲੱਗੇ। ਇਹ ਅਵਾਰਾ ਪਸ਼ੂਆਂ ਰੋਡ ਤੇ, ਇਹਨਾਂ ਨੂੰ ਕਿਹੜਾ ਪਤਾ ਹੈ, ਕੋਈ ਸੁੱਧ ਬੁੱਧ ਨਹੀਂ, ਇਹ ਨਾ ਰੋਡ ਕ੍ਰਾਸ ਕਰਨ ਲੱਗੇ ਦੇਖਦੀਆਂ ਕਿੰਨੇ ਹਾਦਸੇ ਹੋ ਗਏ, ਕਿੰਨੀਆਂ ਜਾਨਾਂ ਚਲੇ ਗਈਆਂ। ਆ ਪਿਛਲੇ ਦਿਨੀ ਸਮਰਾਲੇ ਨੇੜੇ ਇੱਕ ਵੱਡਾ ਹਾਦਸਾ ਹੋਇਆ, ਕਾਰ ਦੇ ਉੱਤੇ ਕਾਰ ਟਕਰਾ ਕੇ ਗਾਂ ਦੇ ਨਾਲ ਇੱਕ ਮੌਕੇ ਤੇ ਡੈਥ, ਸ਼ਾਇਦ ਆਫੀਸਰ ਸੀਗੇ ਕੋਈ ਉਹਨਾਂ ਦੇ। ਇਸ ਤਰ੍ਹਾਂ ਦੇ ਬਹੁਤ ਹੋਰ ਇੰਸੀਡੈਂਟ ਆ ਜਿਹੜੇ ਪੰਜਾਬ 'ਚ ਥਾਂ ਥਾਂ ਤੇ ਹੋ ਰਹੇ ਆ। ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕਿਉਂ ਬਣਦੀ ਹੈ? ਕਿਉਂਕਿ ਸਰਕਾਰ ਗਊ ਸੈਸ ਲੈ ਰਹੀ ਹੈ। ਸਰਕਾਰ ਨਵੀਂ ਗੱਡੀ ਵੇਚਣੀ ਹੈ, ਉਹਦੀ ਆਰਸੀ ਦੇ ਨਾਲ ਗਊ ਸੈਸ ਲੱਗਦਾ, ਬਿਜਲੀ ਦਾ ਬਿੱਲ ਉਹਦੇ ਨਾਲ ਜਿਹੜਾ ਗਊ ਸੈਸ ਲੱਗਦਾ, ਸਾਰਾ ਜਿਹੜੇ ਇਹ ਸਰਕਾਰ ਟੈਕਸ ਇਕੱਠਾ ਕਰ ਰਹੀ ਹੈ ਗਊਆਂ ਨੂੰ ਸੰਭਾਲ ਦੇ ਨਾਂ ਤੇ, ਪਰ ਸੰਭਾਲ ਹੋ ਨਹੀਂ ਰਹੀ। ਜੇ ਨਹੀਂ ਕਰੇਗੀ ਤਾਂ ਅਸੀਂ ਅੱਗੇ ਨੂੰ ਜਿਹੜਾ ਐਕਸ਼ਨ ਕਰਾਂਗੇ। ਇਹ ਸਰਕਾਰ ਅੱਜ ਸੁਣ ਲਵੇ, ਅਸੀਂ ਤੁਹਾਡੇ ਨਾਲ ਹੀ ਇਹ ਜਿਹੜਾ ਦੱਸਿਆ ਜਾ ਰਿਹਾ ਲੋਗੋ ਇੱਥੇ ਕਰਨਾ ਕਾਦੀਆਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਇੱਥੇ ਕਿ ਗਊਆਂ ਜਿਹੜੀਆਂ ਰੋਡ ਤੇ ਫਿਰਦੀਆਂ ਨੇ ਉਹਨਾਂ ਨੂੰ ਲੋਕ ਨਾ ਛੱਡਣ ਤੇ ਉਹਨਾਂ ਨੂੰ ਫੜ ਕੇ ਗਊਸ਼ਾਲਾ 'ਚ ਛੱਡਿਆ ਜਾਵੇ। ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਪਿਛਲੇ ਦਿਨੀ ਫਤਿਹਗੜ੍ਹ ਸਾਹਿਬ 'ਚ ਜੋੜ ਮੇਲਾ ਸੀਗਾ। ਉਹ ਤੋਂ ਪਹਿਲਾਂ ਅਸੀਂ 72 ਗਊਆਂ ਫੜ ਕੇ ਸਰਕਾਰ ਵੱਲੋਂ, ਅਸੀਂ ਸਾਡੇ ਡਿਪਾਰਟਮੈਂਟ ਰਾਹੀਂ 72 ਗਊਆਂ ਫੜ ਕੇ ਅਸੀਂ ਸਰਕਾਰੀ ਗਊਸ਼ਾਲਾ 'ਚ ਛੱਡ ਕੇ ਆਏ ਹਾਂ। ਤੇ ਅੱਗੇ ਤੋਂ ਵੀ ਅਸੀਂ ਇਹ ਜਿਹੜੀ ਸਾਡੀ ਡਰਾਈਵ ਹੈ ਚੱਲਦੀ ਰਹੇਗੀ। ਬਟ ਮੇਰੀ ਲੋਕਾਂ ਨੂੰ ਰਿਕੁਐਸਟ ਹੈ ਕਿ ਜੇ ਗਊ ਦੁੱਧ ਦੇਣਾ ਛੱਡ ਦਿੰਦੀ ਹੈ ਤਾਂ ਉਹਨੂੰ ਰੋਡ ਤੇ ਨਾ ਛੱਡੋ, ਉਹਨੂੰ ਸਰਕਾਰੀ ਗਊਸ਼ਾਲਾ ਸਾਡੇ ਗੜੈਲੀਆਂ ਹੈਗੀ ਉੱਥੇ ਛੱਡ ਕੇ ਆਓ, ਤਾਂ ਕਿ ਕਿਸੇ ਦੀ ਫਸਲ ਦਾ ਨੁਕਸਾਨ ਨਾ ਹੋਵੇ ਔਰ ਕਿਸੇ ਦੀ ਜਾਨ ਮਾਲ ਦੀ ਕੋਈ ਨੁਕਸਾਨ ਨਾ ਹੋਵੇ। ਸੰਗਰੂਰ ਦੇ ਇੱਕ ਨਿੱਜੀ ਬੈਂਕ ਵਿੱਚ ਕੁਝ ਦਿਨ ਪਹਿਲਾਂ ਹੋਈ 2,83,000 ਰੁਪਏ ਦੀ ਲੁੱਟ ਦੇ ਪਿੱਛੇ ਗੁੱਥੀ ਨੂੰ ਹੁਣ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਦੱਸ ਦਈਏ BSNL ਪਾਰਕ ਸੰਗਰੂਰ ਨੇੜੇ ਇੱਕ ਪ੍ਰਾਈਵੇਟ ਲਾਈਟ ਬੈਂਕ ਵਿੱਚ ਬੀਤੇ ਦਿਨੀ ਇੱਕ ਬੈਂਕ ਮੁਲਾਜ਼ਮ ਤੋਂ 2,83,000 ਰੁਪਏ ਜਿਹੜੇ ਲੁੱਟ ਲਏ ਗਏ ਸਨ, ਜਿੱਥੇ ਬੈਂਕ ਨੇੜੇ ਕੁਝ ਕਾਰ ਸਵਾਰਾਂ ਨੇ ਬੈਂਕ ਮੁਲਾਜ਼ਮ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਪੈਸੇ ਖੋਹ ਕੇ ਫਰਾਰ ਹੋ ਗਏ। ਜਿਸ ਵਿੱਚ ਪੁਲਿਸ ਸੰਗਰੂਰ ਦੇ ਪਿੰਡ ਰਤੋਲਾ ਦੇ ਮੁਖੀ ਸਮੇਤ ਬੈਂਕ ਦੇ ਮੌਜੂਦਾ ਮੁਲਾਜ਼ਮ ਅਤੇ ਪੁਰਾਣੇ ਮੁਲਾਜ਼ਮ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੁੱਲ 7 ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲਿਸ ਨੇ ਕਾਬੂ ਕਰਕੇ 1,14,000 ਰੁਪਏ ਬਰਾਮਦ ਕੀਤੇ ਹਨ। ਕਾਂਗਰਸ ਦੇ ਰਾਸ਼ਟਰੀ ਅਧਿਕਸ਼ ਕੁਲਦੀਪ ਰਾਠੌਰ ਵੱਲੋਂ ਅੰਮ੍ਰਿਤਸਰ ਦੌਰੇ ਮੌਕੇ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸੰਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਨੂੰ ਲੈ ਕੇ 12 ਰਾਜ ਵਿੱਚ 3900 ਕਿਲੋਮੀਟਰ ਦੀ ਯਾਤਰਾ ਪੂਰੀ ਕਰ 30 ਜਨਵਰੀ ਨੂੰ ਸ਼੍ਰੀਨਗਰ ਵਿਖੇ ਸੰਪੰਨ ਕੀਤੀ ਜਾਵੇਗੀ, ਜੋ ਕਿ 30 ਸਤੰਬਰ 2022 ਨੂੰ ਸ਼ੁਰੂ ਕੀਤੀ ਗਈ ਸੀ। ਇਸ ਭਾਰਤ ਜੋੜੋ ਯਾਤਰਾ ਤੋਂ ਬਾਅਦ ਭਾਰਤ ਦੇ ਲੋਕਾਂ ਦੇ ਵਿੱਚ ਨਵੀਂ ਜਾਗਰੂਕਤਾ ਆਵੇਗੀ। ਲੋਕਾਂ ਦੇ ਵਿੱਚ ਕਾਂਗਰਸ ਪ੍ਰਤੀ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਇਸ ਯਾਤਰਾ ਨੂੰ ਸਮੂਲੀਅਤ ਕਰਦੇ ਆ ਰਹੇ ਹਨ ਅਤੇ ਉਹਨਾਂ ਦੇ ਚਿਹਰੇ ਦੱਸ ਰਹੇ ਹਨ ਕਿ ਇਸ ਭਾਰਤ ਜੋੜੋ ਯਾਤਰਾ ਨਾਲ ਉਹਨਾਂ ਨੂੰ ਇੱਕ ਚੰਗੀ ਸਰਕਾਰ ਮਿਲਣ ਜਾ ਰਹੀ ਹੈ। ਗਣਤੰਤਰ ਦਿਵਸ ਦੇ ਮੌਕੇ ਤੇ ਕਾਂਗਰਸ ਪਾਰਟੀ ਦੇ ਨੇਤਾ ਨਵਜੋਤ ਸਿੱਧੂ ਦੀ ਰਿਹਾਈ ਤੇ ਕਾਫੀ ਚਰਚੇ ਚੱਲ ਰਹੇ ਸਨ। ਸਾਰੇ ਕਾਂਗਰਸੀ ਆਗੂ ਤਿਆਰੀਆਂ ਕਰਕੇ ਬੈਠੇ ਹੋਏ ਸਨ, ਪਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਨੇ ਰਿਹਾਈ ਨਹੀਂ ਦਿੱਤੀ। ਸਿੱਧੂ ਦੀ ਇਸ ਰਿਹਾਈ ਨੂੰ ਲੈ ਕੇ ਭਾਜਪਾ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਬਿਆਨ ਦਿੱਤਾ ਕਿ ਕਾਂਗਰਸ ਪਾਰਟੀ ਦੇ ਨੇਤਾ ਕੇਂਦਰ ਸਰਕਾਰ ਤੇ ਜੋ ਗਲਤ ਇਲਜ਼ਾਮ ਲਗਾ ਰਹੇ ਹਨ ਉਹ ਠੀਕ ਨਹੀਂ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਸੂਬਿਆਂ ਨੂੰ ਗਾਈਡਲਾਈਨ ਜਾਰੀ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦਾ ਅਧਿਕਾਰ ਬਣਦਾ ਹੈ ਕਿ ਉਹਨਾਂ ਦੀ ਸਜ਼ਾਵਾਂ ਮਾਫ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਸਿੱਧੂ ਦੇ ਹੱਕ ਵਿੱਚ NOC ਦੇ ਦਿੱਤੀ ਸੀ, ਸਾਨੂੰ ਕੋਈ ਇਤਰਾਜ਼ ਨਹੀਂ ਜੇਕਰ ਸਰਕਾਰ ਨੂੰ ਛੱਡ ਦੇਵੇ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਿੱਧੂ ਦੇ ਬਹਾਨੇ ਬਾਕੀ ਕੈਦੀਆਂ ਦੀ ਰਿਹਾਈ ਵੀ ਰੋਕ ਦਿੱਤੀ।
ਡਾਕਟਰ ਵੇਰਕਾ ਨੇ ਕਿਹਾ ਕਿ ਬਾਕੀ ਲੋਕਾਂ ਦਾ ਕੀ ਕਸੂਰ ਸੀ, ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਸਿੱਧੂ ਦੀ ਰਿਹਾਈ नहीं करनी सी तो बाकी कैदियों ਨੂੰ क्यों रिहा नहीं किया गया। देखिए, मैं समझता हूं कि ये जो कांग्रेस के लोग केंद्र सरकार के ऊपर इल्ज़ामबाजी लगा रहे हैं वो मैं समझना वाजिब नहीं है। केंद्र सरकार ने स्टेटों को पहले से गाइडलाइन जारी की हुई है कि जिनका अधिकार बनता है उनको उनकी सजाएं माफ़ की जा सकती है, क्योंकि नवजोत सिंह सिद्धू के बारे में केंद्र सरकार ने पहले से ही NOC दे दी थी कि हमें कोई एतराज़ नहीं है कि उनको छोड़ दे अगर स्टेट सरकार, तो हमें कोई एतराज़ नहीं है। हमने पहले से ही उनकी NOC दी हुई है। जहाँ तक सवाल इस बात का है कि भगवंत मान ने सिद्धू के बहाने बाकी जिनका राइट बनता था उनको भी रोक दिया, और मैं समझता हूँ कि सिद्धू कि अगर आपने रिहाई नहीं करनी थी तो दूसरे सब लोगों का क्या कसूर है। और मैं समझता हूँ आम आदमी पार्टी ने ये पक्षपात किया है, अन्याय किया है। हम इस अन्याय की नखेदी करते हैं। ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਪੱਧਰੀ ਸੰਘਰਸ਼ਾਂ ਦੇ ਦੌਰ ਨਿਰੰਤਰ ਜਾਰੀ ਹਨ, ਜਿਨ੍ਹਾਂ ਦੇ ਚਲਦੇ ਅੱਜ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੈਲੀਆਂ ਦੇ ਚਲਦੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ, ਮਜ਼ਦੂਰ ਅਤੇ ਬੀਬੀਆਂ ਦੇ ਵਿਸ਼ਾਲ ਇਕੱਠ ਕੀਤੇ ਗਏ। इस मौके इकट्ठ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ਼ ਦੇ ਸਿਆਸਤਦਾਨਾਂ ਦੁਆਰਾ ਪਿਛਲੇ 75 ਸਾਲਾਂ ਤੋਂ ਲੋਕਤੰਤਰ ਦੇ ਪਰਦੇ ਪਿੱਛੇ ਲੋਕ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਅਤੇ ਕਿਸੇ ਵੀ ਤਰੀਕੇ ਦੇਸ਼ ਵਿੱਚ ਸੰਵਿਧਾਨ ਦਾ ਰਾਜ ਮਹਿਸੂਸ ਨਹੀਂ ਹੁੰਦਾ। ਉਹਨਾਂ ਨੇ ਦੱਸਿਆ ਕਿ 29 ਜਨਵਰੀ ਨੂੰ ਦਿੱਲੀ ਮੋਰਚੇ ਦੌਰਾਨ ਜਥੇਬੰਦੀ ਦੀ ਦਿੱਲੀ ਸਟੇਜ RSS ਤੇ BJP ਵੱਲੋਂ ਕਰਵਾਏ ਹਮਲੇ ਦੇ ਮੁੱਖ ਦੋਸ਼ੀ ਪ੍ਰਦੀਪ ਤੇ ਅਮਨ ਉੱਪਰ ਕਾਨੂੰਨੀ ਕਾਰਵਾਈ ਤੇ ਹੋਰ ਮਸਲਿਆਂ ਨੂੰ ਲੈ ਕੇ ਪੰਜਾਬ ਭਾਰਤ ਵਿੱਚ 3 ਘੰਟੇ ਦੇ ਸੰਕੇਤਰ ਧਰਨੇ ਵਜੋਂ ਰੇਲਾਂ ਰੋਕੀਆਂ ਜਾਣਗੀਆਂ, ਪਰ ਵੱਖ-ਵੱਖ ਰੋਡ ਪ੍ਰੋਜੈਕਟਾਂ ਲਈ ਗਲਤ ਤਰੀਕਿਆਂ ਨਾਲ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਮਸਲੇ ਅਤੇ ਗੰਨੇ ਦੇ ਤਹਿ ਹੋਈਆਂ 380 ਰੁਪਏ ਰੇਟ ਲੈਣ, ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਤੇ ਪ੍ਰਦੂਸ਼ਣ ਕਾਨੂੰਨ ਸਖਤੀ ਨਾਲ ਲਾਗੂ ਕਰਵਾਉਣ ਦੇ ਮਸਲਿਆਂ ਨੂੰ ਲੈ ਕੇ ਗੁਰਦਾਸਪੁਰ ਵਿੱਚ ਇਹ ਧਰਨੇ ਜਾਰੀ ਰਹਿਣਗੇ ਤੇ ਸਰਕਾਰ ਨੂੰ ਅਪੀਲ ਹੈ ਕਿ ਇਸ ਮੁੱਦੇ ਦਾ कारगर ते जल्दी हल किया जाए। सरवण सिंह पंधेर किसान मजदूर संघर्ष कमेटी रंजीत एवन्यू अमृतसर 26 जनवरी का यह विशाल ठाठा मारदा लखां वर्गा इकट्ठ केंद्र ते पंजाब सरकारां नूं चेतावनी दे रहा। देश के पूरे पंजाब विच किसानां मजदूरां दा रोह वो वेख रहे होणगे। कहंदे 1950 ਦੇ ਵਿੱਚ ਸਾਡਾ ਸੰਵਿਧਾਨ ਲਾਗੂ ਹੋ ਗਿਆ, ਲੋਕਾਂ ਨੂੰ ਹੱਕ ਹਕੂਕ ਮਿਲ ਗਏ, ਪਰ ਐ ਨਹੀਂ ਹੈਗਾ। ਜੇ ਹੱਕ ਹਕੂਕ ਲੋਕਾਂ ਨੂੰ ਮਿਲੇ ਹੁੰਦੇ ਤੇ ਸ਼ਾਇਦ ਅਸੀਂ ਸੜਕਾਂ ਤੇ ਨਾ ਹੁੰਦੇ। ਐ ਲੱਗਦਾ ਵੀ ਸਾਰਾ ਕਾਨੂੰਨ ਕਾਇਦਾ ਹਾਕਮਾਂ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਿਹਾ। ਅੱਜ ਵੀ MSP ਗਰੰਟੀ ਕਾਨੂੰਨ ਦਾ ਸੰਘਰਸ਼ ਉਵੇਂ ਜਾਰੀ ਆ, ਜਿਹੜੀ ਕੇਂਦਰ ਸਰਕਾਰ ਕਹਿ ਕੇ ਮੁੱਕਰ ਗਈ ਆ। ਦਿੱਲੀ ਸਮੇਤ ਸਾਰੇ ਕਿਸਾਨਾਂ ਦੇ ਪਾਏ ਕੇਸ ਵਾਪਸ ਲੈਣ ਦਾ ਸਵਾਲ ਹੈਗਾ। ਅਰ ਇਹ ਤੋਂ ਗਾਹਾਂ ਜੇ ਸੰਵਿਧਾਨ ਕੋਈ ਹੁੰਦਾ ਤੇ ਆਸ਼ੀਸ਼ ਮਿਸ਼ਰਾ ਟਹਿਣੀ ਨੂੰ ਜ਼ਮਾਨਤ ਨਹੀਂ ਸੀ ਮਿਲਣੀ ਹੈਗੀ। ਜਾਣਦਿਆਂ ਹੋਇਆਂ ਵੀ ਸੁਪਰੀਮ ਕੋਰਟ ਨੇ ਵੀ ਇਹ ਹੇਟ ਕ੍ਰਾਈਮ ਇੱਕ ਗੰਭੀਰ ਮੁੱਦਾ ਵਾ, ਸ਼ਰੇਆਮ ਕਿਸਾਨਾਂ ਤੇ ਗੱਡੀਆਂ ਚਾੜੀਆਂ, ਫਿਰ ਵੀ ਜਿਹੜੀ ਆ ਜ਼ਮਾਨਤ ਦਿੱਤੀ ਗਈ ਆ। ਇਹਨੂੰ ਮੁੜ ਵਿਚਾਰ ਕੇ 5 ਜੱਜਾਂ ਦੇ ਬੈਂਚ ਤੇ ਚੀਫ ਆਫ ਇੰਡੀਆ ਦੇ ਜਿਹੜੇ ਚੀਫ ਨੇ ਜੱਜ ਨੇ ਉਹਨਾਂ ਨੂੰ ਇਹ ਜਿਹੜਾ ਵਾ ਸੁਣਵਾਈ ਕਰਕੇ ਜ਼ਮਾਨਤ ਰੱਦ ਕਰਨੀ ਚਾਹੀਦੀ ਆ। ਇਹਦੇ ਨਾਲ ਪੰਜਾਬ ਸਰਕਾਰ ਨਸ਼ਾ ਬੰਦ ਕਰਨ 'ਚ ਨਾਕਾਮਯਾਬ ਰਹੀ ਆ, ਪੰਜਾਬ ਸਰਕਾਰ ਰੁਜ਼ਗਾਰ ਦੇਣ ਦੇ ਵਿੱਚ ਨਾਕਾਮਯਾਬ ਰਹੀ ਆ, ਪੰਜਾਬ ਸਰਕਾਰ ਖੇਤੀ ਦੇ ਕੋਈ ਪਾਲਿਸੀ ਬਣਾਉਣ ਦੇ ਵਿੱਚ ਨਾਕਾਮਯਾਬ ਰਹੀ ਆ, ਪੰਜਾਬ ਸਰਕਾਰ ਹਵਾ ਤੇ ਪਾਣੀ ਨੂੰ ਸ਼ੁੱਧ ਰੱਖਣ ਦੇ ਵਿੱਚ ਨਾਕਾਮਯਾਬ ਰਹੀ ਆ। ਤਾਂ ਕਾਰਪੋਰੇਟਾਂ ਦਾ ਪੂਰੇ ਦੇਸ਼ ਵਿੱਚ ਗਲਬਾ, ਇਸ ਗਲਬੇ ਨੂੰ ਹਟਾਉਣਾ। ਆਉਣ ਵਾਲੇ 29 ਜਨਵਰੀ ਨੂੰ ਪੰਜਾਬ ਦੇ ਵਿੱਚ 3 ਘੰਟੇ ਦਾ ਰੇਲ ਜਾਮ ਹੋਊਗਾ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ। ਔਰ ਬਟਾਲੇ ਦੇ ਵਿੱਚ ਲੰਮਾ ਰੇਲ ਰੋਕੋ ਅੰਦੋਲਨ ਕਰਾਂਗੇ ਗੰਨਾ ਤੇ ਸੜਕਾਂ ਦਾ ਮੁਆਵਜ਼ਾ ਲੈਣ ਵਾਸਤੇ। ਇਹਦੇ ਨਾਲ 1 ਫਰਵਰੀ ਨੂੰ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕਰਨ ਲਈ ਵੱਡਾ ਜਥਾ ਜਿਹੜਾ ਵਾ ਉਹ ਮਹਾਲੀ ਨੂੰ ਰਵਾਨਾ ਕੀਤਾ ਜਾਊਗਾ। ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ, ਬਾਈਬਲ ਕਲਾਂ ਗੋਲੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਇਨਸਾਫ ਦੀ ਵੀ ਮੰਗ ਕਰਦਾ। ਜਿੰਨੀ ਦੇਰ ਤੱਕ ਸਰਕਾਰਾਂ ਮਸਲਿਆਂ ਦਾ ਹੱਲ ਨਹੀਂ ਕਰਨਗੀਆਂ ਅੰਦੋਲਨ ਚੱਲਦੇ ਰਹਿਣਗੇ। ਧੰਨਵਾਦ।
ਇਹ ਸਨ ਅੱਜ ਦੀਆਂ ਕੁਝ 94 ਖਬਰਾਂ। ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਲਈ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ।